ਬੌਸ ਜੀ ਇਸ ਦਫਾ ਜਿਹੜੀ ਕੱਚੀ ਪਟਾਈ ਏ ਉਹਦੇ ਸਭ ਨਾਲ ਜ਼ਿਆਦਾ ਪੈਸੇ ਕਿਹੜੀ ਵੈਰਾਈਟੀ ਨੇ ਵਟਾਏ ਨੇ? ਬਹੁਤ ਜ਼ਬਰਦਸਤ ਸਵਾਲ ਹੈ। ਦੇਖੋ ਕੁਛ ਜਿਹੜੇ ਨਾ ਏਰੀਆਜ਼ ਐਸੇ ਨੇ ਜਿਨ੍ਹਾਂ ਦੇ ਵਿੱਚ ਆਲੂ ਦੀ ਕੱਚੀ ਪਟਾਈ ਲਈ ਕਾਸ਼ ਕੀਤੀ ਜਾਂਦੀ ਹੈ। ਸਪੈਸ਼ਲ ਯਾਨੀ ਜਸਟ ਕੱਚੀ ਪਟਾਈ, ਸਿਰਫ ਕੱਚੀ ਪਟਾਈ ਲਈ ਆਲੂ ਕਾਸ਼ ਕੀਤਾ ਜਾਂਦਾ ਹੈ। ਲੇਕਿਨ ਜ਼ਿਆਦਾਤਰ ਵੀ ਅਗਰ ਅਸੀਂ ਓਵਰਆਲ ਵੀ ਗੱਲ ਕਰੀਏ ਨਾ ਤੇ ਹਰ ਫਾਰਮਰ ਕੁਛ ਨਾ ਕੁਛ ਹਿੱਸਾ ਆਪਣਾ ਆਲੂ ਦਾ ਕੱਚੀ ਪਟਾਈ ਦੇ ਵਿੱਚ ਲੈ ਜਾਂਦਾ। ਉਹਦੇ ਵਿੱਚ ਇਹ ਹੁੰਦਾ ਕਿ ਉਹਨੇ ਕੁਛ ਅਖਰਾਜਾਤ ਵੀ ਮੈਨੇਜ ਕਰਨੇ ਹੁੰਦੇ ਨੇ ਔਰ ਬਾਅਦ ਔਕਾਤ ਕਈਆਂ ਨੇ ਗੰਦਮ ਕਾਸ਼ ਕਰਨੀ ਹੁੰਦੀ ਜਾਂ ਕੋਈ ਹੋਰ ਵੀ ਐਸੀ ਫਸਲ ਲਾਣੀ ਹੁੰਦੀ ਜਿਹਦੇ ਵਿੱਚ ਕੱਚੀ ਪਟਾਈ ਚਾਲੂ ਲੈ ਲਿਆ ਜਾਂਦਾ ਹੈ। ਹੁਣ ਅਗਰ ਅਸੀਂ ਦੇਖੀਏ ਕਿ ਪਾਕਿਸਤਾਨ ਦੇ ਵਿੱਚ ਇਸ ਦਫਾ ਜਾਂ ਪਿਛਲੇ ਚੰਦ ਸਾਲਾਂ ਦੇ ਵਿੱਚ ਕੱਚੀ ਪਟਾਈ ਦੇ ਵਿੱਚ ਜਿਹੜਾ ਕਾਮਯਾਬ ਆਲੂ ਤਰੀਨ ਕਿਹੜਾ ਹੈ? ਦੇਖੋ ਸਵਾਲ ਹੈ ਕੱਚੀ ਪਟਾਈ ਦੇ ਵਿੱਚ ਕਾਮਯਾਬ ਆਲੂ। ਕੱਚੀ ਪਟਾਈ ਬੇਸਿਕਲੀ ਹੁੰਦੀ ਕੀ ਹੈ? ਸਾਦਾ ਜੀ ਤੇ ਮੁੱਕਦੀ ਗੱਲ ਇਹ ਆ ਕਿ 60 ਦਿਨਾਂ ਦੇ ਅੰਦਰ ਅੰਦਰ ਜਿਹੜੀ ਫਸਲ ਤੁਹਾਨੂੰ 60 65 ਜਾਂ 70 ਬੋਰੀ 50 ਬੋਰੀ ਤੋਂ ਉੱਤੇ ਉੱਤੇ 50 ਬੋਰੀ ਤੋਂ ਉੱਤੇ ਉੱਤੇ ਯਾਨੀ 100 ਤੋੜੇ ਤੋਂ ਉੱਤੇ ਉੱਤੇ ਉਹ ਤੁਹਾਨੂੰ ਪੈਦਾਵਾਰ ਦਿੰਦੀ ਏ, ਬੇਸ਼ੱਕ ਉਹ ਸੁਰਖ ਦੀ ਵੈਰਾਈਟੀ ਹੈ ਜਾਂ ਸਫੈਦ ਦੀ ਵੈਰਾਈਟੀ ਹੈ, ਉਹ ਕੱਚੀ ਪਟਾਈ ਲਈ ਬੈਸਟ ਵੈਰਾਈਟੀ ਹੈ। ਕਿਉਂਕਿ ਕੱਚੀ ਪਟਾਈ ਦਾ ਮਤਲਬ 55 ਤੋਂ 60 ਦਿਨ ਦੀ ਫਸਲ 50 ਜਾਂ 55 ਜਾਂ 60 ਜਾਂ 70 ਬੋਰੀ ਆਲੂ ਦੇਣਾ ਜਿਹੜਾ ਨਾ ਉਹ ਉਹੀ ਬੀਜ ਕਾਮਯਾਬ ਹੁੰਦਾ ਜਿਹੜਾ ਇਹਨੇ ਆਲੂ ਦੇਵੇ 55 ਤੋਂ 60 ਦਿਨਾਂ ਦੇ ਵਿੱਚ। ਹੁਣ ਅਗਰ ਅਸੀਂ ਦੇਖੀਏ ਸਾਰੇ ਸਿਨੈਰੀਓ ਨੂੰ ਤੇ ਜਿਹੜੀਆਂ ਕੱਚੀ ਪਟਾਈ ਵਾਲੀਆਂ ਵੈਰਾਈਟੀਆਂ ਮੇਰੀ ਨਜ਼ਰ ਦੇ ਵਿੱਚ ਨੇ ਉਹਦੇ ਵਿੱਚ ਕਰੋਡਾ ਜਿਹੜੀ ਹਮੇਸ਼ਾ ਤੋਂ ਕੱਚੀ ਪਟਾਈ ਦੀ ਵੈਰਾਈਟੀ ਰਹੀ ਹੈ 60 ਦਿਨਾਂ ਦੇ ਵਿੱਚ 60 ਬੋਰੀ 50 ਤੋਂ 60 ਬੋਰੀ ਆਲੂ ਦੇ ਦਿੰਦੀ ਹੈ। ਚੂँਕਿ ਸੁਰਖ ਆਲੂ ਦਾ ਰੇਟ ਵੀ ਥੋੜਾ ਜਿਹਾ ਬਿਹਤਰ ਹੁੰਦਾ ਹੈ ਤੇ ਉਹ ਕਰੋਡਾ ਬਹੁਤ ਅੱਛੀ ਵੈਰਾਈਟੀ ਰਹੀ ਹੈ। ਦੂਸਰੇ ਨੰਬਰ ਤੇ ਜਿਹੜੀ ਵੈਰਾਈਟੀ ਪਾਕਿਸਤਾਨ 'ਚ ਨਵੀਂ ਮੁਤਾਰਫ ਹੋਈ ਹੈ ਪਿਛਲੇ 5-7 ਸਾਲ ਤੋਂ ਇਸਮੀ, ਇਸ ਦਫਾ ਚੂँਕਿ ਸਮੋਕ ਦੀ ਵਜ੍ਹਾ ਤੋਂ ਉਹਦੇ ਤੇ ਇਫੈਕਟ ਆਇਆ ਅਗੇਤੀ ਕਾਸ਼ ਦੇ ਵਿੱਚ, ਲੇਕਿਨ ਇਹ ਕੋਈ ਵੱਡਾ ਮਸਲਾ ਨਹੀਂ। ਅੱਲਾ ਤੋਂ ਦੁਆ ਮੰਗਾਂਗੇ ਇਨਸ਼ਾਅੱਲਾ ਨਾ ਹੋਵੇ ਨੈਕਸਟ ਈਅਰ। ਬਹਰਹਾਲ ਫਿਰ ਵੀ ਮੈਂ ਇਸਮੀ ਨੂੰ ਕੱਚੀ ਪਟਾਈ ਦੇ ਵਿੱਚ ਰਿਕਮੈਂਡ ਨਹੀਂ ਕਰਦਾ। ਤੀਸਰੀ ਵੈਰਾਈਟੀ ਸਾਡੇ ਕੋਲ ਸਫੈਦ ਆਲੂ ਦੇ ਵਿੱਚ ਸਾਡੇ ਕੋਲ ਆ ਜਾਂਦੀ ਮੋਜ਼ੀਕਾ। ਮੋਜ਼ੀਕਾ ਜਿਹੜੀ ਵੈਰਾਈਟੀ ਉਹ ਵੀ 60 ਦਿਨ ਦੇ ਵਿੱਚ 60 65 70 ਬੋਰੀ ਤੱਕ ਵੀ ਪੈਦਾਵਾਰ ਦੇ ਦਿੰਦੀ ਹੈ। ਉਹਦੀ ਜਿਹੜੀ ਮੈਨੇਜਮੈਂਟ ਹੈ ਨੈਕਸਟ ਈਅਰ ਦੇ ਵਿੱਚ ਇਨਸ਼ਾਅੱਲਾ ਕੱਚੀ ਪਟਾਈ ਦੇ ਉੱਤੇ ਮੈਂ ਪ੍ਰੋਪਰ ਜਿਹੜਾ ਨਾ ਰਿਕਾਰਡਿੰਗਸ ਕਰਾਂਗਾ, ਇਸ ਦਫਾ ਨਹੀਂ ਮੈਂ ਕਰ ਸਕਿਆ। ਔਰ ਉਸ ਤੋਂ ਬਾਅਦ ਚੌਥੀ ਆਖਰੀ ਤੇ ਟਾਪ ਦੀ ਵੈਰਾਈਟੀ ਉਹ ਸਾਡੇ ਕੋਲ ਮੌਜੂਦ ਹੈ ਰਵੀਰਾ। ਰਵੀਰੇ ਦੇ ਇਸ ਟਾਈਮ ਫੀਲਡ ਦੇ ਵਿੱਚ ਖੜੇ ਆ। ਇਹ ਐਸੀ ਵੈਰਾਈਟੀ ਰਵੀਰਾ ਇੱਕ ਗੋਲ ਕਿਸਮ ਦਾ ਆਲੂ ਹੁੰਦਾ, ਹੁਣ ਤੁਹਾਨੂੰ ਦਿਖਾਣੇ ਆ। ਐਗਰੀਕੋ ਵਾਲਿਆਂ ਦੀ ਇਹ ਵੈਰਾਈਟੀ ਹੈ ਐਗਰੀਕੋ ਦੀ, ਔਰ ਸਫੈਦ ਆਲੂ ਹੁੰਦਾ ਗੋਲ ਕਿਸਮ ਦਾ, ਇੰਤਹਾਈ ਖੂਬਸੂਰਤ ਔਰ ਬਹੁਤ ਹੀ ਜਲਦ ਤਿਆਰ ਹੋਣ ਵਾਲਾ। ਪਾਕਿਸਤਾਨ ਦੇ ਵਿੱਚ ਕੋਈ ਐਸੀ ਵੈਰਾਈਟੀ ਨਹੀਂ ਜਿਹੜੀ ਇੰਨੀ ਜਲਦੀ ਤਿਆਰ ਹੋਵੇ। ਮੈਂ ਇਹ ਸਮਝਣਾ ਕਿ ਜਿਹੜੀ ਰਵੀਰਾ ਦੀ ਫਸਲ ਹੈ ਉਹ 50 ਦਿਨ ਦੀ ਫਸਲ ਵੀ 60 ਤੋਂ 65 ਬੋਰੀ ਨਿਕਲ ਸਕਦੀ ਹੈ, ਯਾਨੀ 125 ਤੋਂ 30 ਤੋੜਾ ਨਿਕਲ ਸਕਦਾ ਹੈ। ਔਰ ਅਗਰ ਅਸੀਂ ਇਸ ਦਫਾ ਦੀ ਸੂਰਤ ਹਾਲ ਦੇਖੀਏ ਰੇਟ ਦੀ, ਜਾਂ ਇਸ ਤੋਂ ਪਿਛਲੇ ਸਾਲ ਦੀ ਰੇਟ ਦੀ ਸੂਰਤ ਹਾਲ ਦੇਖੀਏ ਤੇ ਉਹਦੇ ਵਿੱਚ ਜਿਹੜਾ ਰਵੀਰਾ ਦਾ ਆਲੂ ਹੈ ਮੋਜ਼ੀਕਾ ਨਾਲੋਂ ਵੀ ਮਹਿੰਗਾ ਵਿਕਿਆ। ਯਾਨੀ ਅਗਰ ਇਸ ਦਫਾ ਪਿਛਲੇ ਸਾਲ ਦੀ ਦੇਖਦੇ ਹਾਂ ਤੇ ਬੋਰੀ 10,000 ਦੇ ਰਾਉਂਡ ਅਬਾਊਟ ਵਿਕਦੀ ਰਹੀ ਹੈ, 9 ਤੋਂ 10,000 ਦੇ ਰਾਉਂਡ ਅਬਾਊਟ ਅਗੇਤੇ ਸੀਜ਼ਨ ਦੇ ਵਿੱਚ। ਔਰ ਇਸ ਦਫਾ ਵੀ 9 ਤੋਂ 10,000 ਦੇ ਰੇਟ ਬਲਕਿ 11-12,000 ਤੱਕ ਵੀ ਰਵੀਰਾ ਦੀ ਜਿਹੜੀ ਵੈਰਾਈਟੀ ਉਹ ਵਿਕਦੀ ਰਹੀ ਹੈ। ਮਿਸਾਲ ਦੇ ਤੌਰ ਤੇ ਅਗਰ ਤੁਸੀਂ ਦੇਖੋ ਕਿ 60 ਬੋਰੀ ਜਿਹੜੀ ਉਹ ਤੁਹਾਡੀ ਪੈਦਾਵਾਰ ਆਉਂਦੀ ਹੈ ਤੇ 60 ਬੋਰੀ ਪੈਦਾਵਾਰ ਰਵੀਰਾ ਦੀ ਅੱਛਾ ਬੀਜ ਅਗਰ ਹੋਏ ਗੇਤੀ ਕਾਸ਼ ਦੇ ਵਿੱਚ 60 ਦਿਨਾਂ ਦੇ ਵਿੱਚ 55 ਤੋਂ 60 ਦਿਨਾਂ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ। ਇਨਸ਼ਾਅੱਲਾ ਤਾਲਾ ਮਾਮੂਲੀ ਕੰਮ ਹੈ। 60 65 70 ਬੋਰੀ ਤੱਕ ਵੀ ਰਵੀਰਾ ਆਸਾਨੀ ਨਾਲ ਆ ਸਕਦਾ ਅਗਰ ਅੱਛੀ ਕ੍ਰਾਪ ਦੀ ਮੈਨੇਜਮੈਂਟ ਹੋ ਜਾਵੇ। ਤੇ ਅਗਰ ਅਸੀਂ 60 ਬੋਰੀ ਦਾ ਵੀ ਇੱਕ ਮਿਸਾਲ ਦੇ ਤੌਰ ਤੇ ਐਵਰੇਜ ਲਾਣੇ ਆ 60 ਦਿਨਾਂ ਦੇ ਵਿੱਚ ਤੇ ਮੌਜੂਦਾ ਰੇਟ ਦੇ ਮੁਤਾਬਕ ਜਾਂ ਪਿਛਲੇ ਗੇਤੀ ਪਟਾਈ ਵਾਲੇ ਦਿਨਾਂ ਦੇ ਰੇਟ ਦੇ ਮੁਤਾਬਕ 6000 ਨੂੰ ਤੁਸੀਂ 10,000 ਨੂੰ ਤੁਸੀਂ 6 ਨਾਲ ਮਲਟੀਪਲਾਈ ਕਰ ਸਕਦੇ, ਯਾਨੀ 6 ਲੱਖ ਰੁਪਇਆ, ਜਿਹਦੇ ਵਿੱਚ 50,000 ਰੁਪਇਆ ਸਾਡੇ ਲੇਬਰ ਦੇ ਅਖਰਾਜਾਤ ਔਰ ਬਾਕੀ ਸਾਰੇ ਮਾਮਲਾਤ ਆ ਜਾਂਦੇ ਨੇ। ਤਕਰੀਬਨ 5.5 ਲੱਖ ਰੁਪਇਆ ਏਕੜ ਕੱਚੀ ਪਟਾਈ ਦੇ ਵਿੱਚ ਅਗਰ ਤੁਹਾਨੂੰ ਵਟਾਏ ਯਾਨੀ 2 ਮਹੀਨਿਆਂ ਦੇ ਵਿੱਚ, ਤੇ ਮੈਂ ਇਹਨੂੰ ਬੜੀ ਵੱਡੀ ਅਚੀਵਮੈਂਟ ਸਮਝਣਾ। ਸਾਡਾ ਇਹ ਸੀਡ ਹੈ ਪਹਿਲੀ ਦਫਾ ਹਾੜੂ ਲੱਗਾ ਹੈ। ਹਾੜੂ ਬੇਸਿਕਲੀ ਕੀ ਹੁੰਦਾ ਹੈ, ਕਰੇਟ ਇੱਕ ਦਫਾ ਕਾਸ਼ ਕੀਤਾ ਹੈ, ਉਹਦੇ ਤੋਂ ਜਿਹੜਾ ਪਟਿਆ ਉਹ ਜਿਹੜਾ ਨਾ ਉਹ ਪੱਟ ਕੇ ਤੇ ਉਹ ਲਾ ਦਿੱਤਾ, ਯਾਨੀ ਹਾੜੂ ਗਰਮੀ ਵਾਲਾ ਪਟਿਆ ਹੋਇਆ ਸੀਡ, ਯਾਨੀ ਚੂँਕਿ ਸਰਦੀ ਦੇ ਐਂਡ ਤੇ ਕਰੇਟ ਲੱਗਦਾ ਤੇ ਜਿਹੜਾ ਨਾ ਉਸ ਤੋਂ ਬਾਅਦ ਤਕਰੀਬਨ ਗਰਮੀ ਦੇ ਸ਼ੁਰੂ 'ਚ ਹੀ ਪਟਿਆ ਜਾਂਦਾ ਤੇ ਉਹਨੂੰ ਜਿਹੜਾ ਰੱਖੀਦਾ, ਇਹਨੂੰ ਹਾੜੂ ਕਹਿੰਦੇ ਨੇ। ਫਿਰ ਪੱਟ ਵੀ ਸ਼ੇਰ ਇੱਧਰ ਆ, ਇਹ ਬੂਟਾ ਪੱਟ ਇੱਧਰ ਆਓ ਵੀ ਮੈਂ ਤੁਹਾਨੂੰ ਨਾ ਵੈਰਾਈਟੀ ਦਿਖਾਉਣ ਲੱਗਾ। ਇਹ ਸਾਡੇ ਕੋਲ ਰਵੀਰਾ ਦੀ ਵੈਰਾਈਟੀ ਹੈ ਔਰ ਤਕਰੀਬਨ ਜਿਹੜਾ ਨਾ 55 ਤੋਂ 60 ਦਿਨਾਂ ਦੀ ਵੈਰਾਈਟੀ ਹੈ। ਇਸ ਟਾਈਮ ਫਸਲ ਦੀ ਕੱਢ ਕੇ ਸ਼ੇਰ ਸਾਈਡ ਤੇ ਰੱਖੀ ਜਾ। ਇਹ 55 ਤੋਂ 60 ਦਿਨਾਂ ਦੀ ਫਸਲ ਹੈ ਤੇ ਇਨਸ਼ਾਅੱਲਾ ਤਾਲਾ ਤੁਸੀਂ ਇਹ ਦੇਖੋ। ਬੇਸਿਕ ਜਿਹੜਾ ਨਾ ਸਵਾਲ ਸਾਡਾ ਇਹ ਸੀ ਕਿ ਕੱਚੀ ਪਟਾਈ ਲਈ ਬੈਸਟ ਵੈਰਾਈਟੀ ਕਿਹੜੀ, ਔਰ ਸਫੈਦ ਦੇ ਵਿੱਚ ਮੈਂ ਤੁਹਾਨੂੰ ਵੈਰਾਈਟੀ ਦਿਖਾਉਣ ਲੱਗਾ। ਇਹ ਹੈ ਵੀ ਇਹ ਮੌਜੂਦ ਵੀ ਹੈ, ਇਸ ਵਜ੍ਹਾ ਤੋਂ ਮੈਂ ਤੁਹਾਨੂੰ ਦਿਖਾਉਣ ਲੱਗਾ ਕਿ ਇਹਦੀ ਜਿਹੜੀ ਪ੍ਰੋਡਕਸ਼ਨ ਹੈ ਨਾ ਉਹ ਦੇਖ ਲਵੋ।
ਔਰ ਪ੍ਰੋਡਕਸ਼ਨ ਸਿਰਫ ਇਹ ਨਹੀਂ ਕਿ ਮੇਰਾ ਫੀਲਡ ਤਾਂ ਪ੍ਰੋਡਕਸ਼ਨ ਤੁਹਾਨੂੰ ਦਿਖਾ ਰਿਹਾ। ਦੇਖੋ ਪ੍ਰੋਡਕਸ਼ਨ ਮੇਰਾ ਹਮੇਸ਼ਾ ਜਿਹੜਾ ਨਾ ਤੁਹਾਡਾ ਐਨਾਲਿਸਿਸ ਤੁਹਾਡੇ ਨਾਲ ਹੁੰਦਾ ਹੈ ਨਾ, ਉਹ ਹਮੇਸ਼ਾ ਰੀਅਲ ਹੁੰਦਾ ਹੈ, ਔਰ ਮੈਂ ਉਹਦੇ ਐਨਾਲਿਸਿਸ ਤੋਂ ਬਗੈਰ, ਰੀਅਲ ਐਨਾਲਿਸਿਸ ਤੋਂ ਬਗੈਰ ਤੁਹਾਡੇ ਨਾਲ ਗੱਲ ਨਹੀਂ ਕਰਦਾ। ਅੱਛਾ, ਹੁਣ ਅਸੀਂ ਅਗਰ ਦੇਖਣੇ ਆ ਤੇ ਸਾਡੇ ਕੋਲ 3 2 5 2 7 2 9 2 11 2 13 2 15 16 ਔਰ ਇੱਕ ਅੱਧਾ ਆਲੂ ਹੋ ਸਕਦਾ ਇਸ ਸਾਈਡ ਤੋਂ ਵੀ ਵਿੱਚ ਸ਼ਾਮਲ ਹੋ ਗਿਆ ਹੋਵੇ। ਬਹਰਹਾਲ ਜਿਹੜਾ ਨਾ 14 ਤੋਂ 15 ਦਾਣੇ ਦੇ ਵਿੱਚ ਮੌਜੂਦ ਨੇ। चौदह तो 15 दाने का मकसद की है, ਇਹਦੇ ਵਿੱਚ ਤਕਰੀਬਨ 4 ਤੋਂ 5 ਦਾਣੇ, ਜਿਸ ਟਾਈਮ 4 ਤੋਂ 5 ਦਾਣੇ ਜਿਹੜੇ ਰਾਸ਼ਨ ਦੇ ਆ ਜਾਣ ਸੀਡ ਤੋਂ ਥੋੜੇ ਜਿਹਾ ਵੱਡੇ ਸਾਈਜ਼ ਦੇ, ਤੇ ਤੁਸੀਂ ਇਹ ਸਮਝੋ ਕਿ ਤੁਹਾਡਾ ਜਿਹੜਾ ਆਲੂ ਹੈ 50 ਬੋਰੀ ਕ੍ਰਾਸ ਕਰ ਗਿਆ, ਯਾਨੀ 50 55 60 ਕਿਤੇ ਵੀ ਆ ਸਕਦੀ ਹੈ। ਔਰ ਮੇਰੀ ਹੁਣ ਤੱਕ ਦੀ ਰਿਸਰਚ ਦੇ ਮੁਤਾਬਕ ਜਿਹੜੀ ਰਵੀਰਾ ਹੈ ਸਫੈਦ ਦੇ ਵਿੱਚ ਇਸ ਦਫਾ ਵੀ ਰਵੀਰਾ ਨੇ ਕੱਚੀ ਪਟਾਈ ਦੇ ਵਿੱਚ ਜਿੰਨੇ ਪੈਸੇ ਵਟਾਏ ਨੇ, ਉਸ ਤੋਂ ਬਾਅਦ ਦੂਸਰੇ ਨੰਬਰ ਤੇ ਕਰੋੜਾ ਨੇ ਵਟਾਏ ਨੇ, ਔਰ ਤੀਸਰੇ ਨੰਬਰ ਤੇ ਮੁਜ਼ੀਕਾ ਰਿਹਾ ਹੈ। ਬਾਕੀ ਵੈਰਾਈਟੀਆਂ ਐਸਮੀ ਵਗੈਰਾ ਵੀ ਜਿਨ੍ਹਾਂ ਦਾ ਬਚਿਆ, ਲੇਕਿਨ ਉਹ ਸਮੋਕ ਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਉਹਦੇ ਤੇ ਇੰਪੈਕਟ ਆਇਆ ਹੈ। ਹਾਲਾਂਕਿ ਉਹ ਇਹਨਾਂ ਨਾਲੋਂ ਜਿੰਨੀਆਂ ਵੈਰਾਈਟੀਆਂ ਤੁਹਾਡੇ ਨਾਲ ਜ਼ਿਕਰ ਕਰ ਰਿਹਾ, ਇਹਨਾਂ ਸਾਰੀਆਂ ਵੈਰਾਈਟੀਆਂ ਨਾਲੋਂ ਕੱਚੀ ਪਟਾਈ ਦੇ ਵਿੱਚ ਬਹੁਤ ਜ਼ਿਆਦਾ ਪੈਦਾਵਾਰ ਦੇਣ ਵਾਲੀ ਵੈਰਾਈਟੀ ਹੈ ਔਰ ਬਹੁਤ ਮਹਿੰਗੀ ਵਿਕਣ ਵਾਲੀ ਵੈਰਾਈਟੀ ਹੈ। ਲੇਕਿਨ ਇਸ ਦਫਾ ਚੂँਕਿ ਸਮੋਕ ਦੇ ਇੰਪੈਕਟ ਦੇ ਵਿੱਚ ਉਹ ਆ ਗਈ ਔਰ ਨਵੀਂ ਵੈਰਾਈਟੀ ਜਿਹੜੀ ਨਾ ਸਮੋਕ ਦੇ ਇੰਪੈਕਟ 'ਚ ਬਹੁਤ ਜ਼ਿਆਦਾ ਆਈ ਹੈ। ਬਹਰਹਾਲ ਕਹਿਣ ਦਾ ਮਤਲਬ ਇਹ ਹੈ ਕਿ ਕੱਚੀ ਪਟਾਈ ਦੇ ਵਿੱਚ ਰਵੀਰਾ ਜਿਹੜੀ ਇੱਕ ਬੈਸਟ ਵੈਰਾਈਟੀ ਹੈ। ਇਹਦੇ ਵਿੱਚ ਜਿਹੜੀ ਥੋੜੀ ਬਹੁਤ ਇhtiyat ਹੈ ਉਹ ਕਾਸ਼ ਦੇ ਟਾਈਮ ਤੇ ਮੈਂ ਇਨਸ਼ਾਅੱਲਾ ਉਹਦੇ ਤੇ ਵਲੌਗ ਰਿਕਾਰਡ ਕਰਾਂਗਾ। ਇੱਕ ਦੋ ਚੀਜ਼ਾਂ ਹੈ ਨੇ ਇਹਦੀਆਂ। ਇੱਕ ਤਾਂ ਇਹਦਾ ਜਰਮੀਨੇਸ਼ਨ ਦਾ ਥੋੜਾ ਜਿਹਾ ਮਸਲਾ ਆਉਂਦਾ, 3-4 ਸਾਲਾਂ ਤੋਂ ਮੈਂ ਇਹ ਨੋਟ ਕਰ ਰਿਹਾ ਕਿ ਜਿਹੜੀ ਜਰਮੀਨੇਸ਼ਨ ਹੁੰਦੀ ਨੇ ਜਿਸ ਟਾਈਮ ਅਸੀਂ ਕਾਸ਼ਤ ਕਰਨੇ ਇਹਨੂੰ, ਉਸ ਟਾਈਮ ਜਰਮੀਨੇਸ਼ਨ ਥੋੜਾ ਬਹੁਤ ਮਸਲਾ ਆਉਂਦਾ, ਯਾਨੀ ਜਰਮੀਨੇਸ਼ਨ ਕੁਛ 5% ਤੱਕ ਘੱਟ ਹੁੰਦੀ ਹੈ। ਦੂਸਰੀ ਚੀਜ਼ ਇਹਦੀ ਜੇ ਹੈ ਕਿ ਇਹਦੇ ਵਿੱਚ ਫੰਜੀਸਾਈਡ ਦਾ ਸਪਰੇਅ ਥੋੜਾ ਜਿਹਾ ਕਰਨਾ ਪੈਂਦਾ, ਯਾਨੀ ਥੋੜੀ ਜ਼ਿਆਦਾ ਇhtiyat ਕਰਨੀ ਪੈਂਦੀ, ਕਿਉਂਕਿ ਇਹਨੂੰ ਲੇਟ ਔਰ अर्ਲੀ ਬਲਾਈਟ ਜਿਹੜੀਆਂ ਨਾ ਜਲਦੀ ਆਉਂਦੀਆਂ ਨੇ। ਫਿਲਹਾਲ ਵੈਸੇ ਕ੍ਰੌਪ ਨੂੰ ਲੇਟ अर्ਲੀ ਬਲਾਈਟ ਕੋਈ ਨਹੀਂ ਹੈ। ਬਹਰਹਾਲ ਜਿਹਨੇ ਕੱਚੀ ਪਟਾਈ ਲੈ ਕੇ ਜਾਣਾ ਉਹਨੂੰ ਕੋਈ ਏਡੀ ਖਾਸ ਇhtiyat ਦੀ ਜ਼ਰੂਰਤ ਨਹੀਂ, ਲੇਕਿਨ ਅਗਰ ਜਿਹੜਾ ਨਾ ਪੱਕੀ ਪਟਾਈ 'ਚ ਲੈ ਕੇ ਜਾਣਾ ਤੇ ਪੱਕੀ ਪਟਾਈ ਦੇ ਵਿੱਚ ਜਿਹੜਾ ਨਾ ਇਹਨੂੰ ਲੇਟ ਬਲਾਈਟ ਤੇ अर्ਲੀ ਬਲਾਈਟ ਤੋਂ ਇਹਨੂੰ ਬਚਾਉਣ ਲਈ ਜਿਹੜਾ ਨਾ ਇਨਸ਼ਾ ਅੱਲਾਹ ਤਾਲਾ ਸਾਨੂੰ ਕੋਸ਼ਿਸ਼ ਕਰਨੀ ਪਏਗੀ। ਉਨੀ ਬਹੁਤ ਜ਼ਿਆਦਾ ਨਹੀਂ, ਲੇਕਿਨ ਨਾਰਮਲ ਨਾਲੋਂ ਥੋੜੀ ਜਿਹੀ ਹਟ ਕੇ। ਤੇ ਅੱਲਾਹ ਤਾਲਾ ਤੁਹਾਡੇ ਰਿਜ਼ਕ 'ਚ ਇਜ਼ਾਫਾ ਕਰੇ। ਇਹਦੇ ਨਾਲ ਇਜਾਜ਼ਤ ਦਿਓ। ਕਿਸਾਨ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ।